ਹੈਲੋ ਦੋਸਤੋ, ਛੋਟੇ ਹੁੰਦਿਆਂ ਮਠਿਆਈਆਂ ਪ੍ਰਤੀ ਮੇਰੇ ਮੋਹ ਨੂੰ ਵੇਖਦੇ ਹੋਏ ਅਕਸਰ ਮੇਰੇ ਘਰ ਦੇ ਕਿਹਾ ਕਰਦੇ ਸਨ ਕਿ ਇਹ ਤਾਂ ਵੱਡਾ ਹੋ ਕੇ ਹਲਵਾਈ ਬਣੂ ਅਤੇ ਰਹੂ ਵੀ ਘਾਟੇ 'ਚ, ਕਿਉਂ ਜੋ ਅੱਧੀਆਂ ਮਠਿਆਈਆਂ ਤਾਂ ਇਹਨੇ ਆਪ ਹੀ ਖਾਇਆ ਜਾਇਆ ਕਰਨੀਆਂ ਨੇ। ਵੱਡੇ ਹੋ ਕੇ ਮਠਿਆਈਆਂ ਪ੍ਰਤੀ ਮੇਰਾ ਸਵਾਦ ਤਾਂ ਫਿੱਕਾ ਪੈ ਗਿਆ, ਪਰ ਇੱਕ ਗੱਲ ਕਿਤੇ ਦਿਮਾਗ ਵਿੱਚ ਅੜੀ ਰਹਿ ਗਈ ਕਿ ਜਿਹੜੀ ਚੀਜ਼ ਦਾ ਸ਼ੌਂਕ ਹੋਵੇ ਉਸੇ ਚੀਜ਼ ਦਾ ਬਿਜ਼ਨਸ ਕਰ ਲਵੋ। ਰੁਜ਼ਗਾਰ ਦਾ ਰੁਜ਼ਗਾਰ ਪੂਰਾ, ਸ਼ੌਂਕ ਦਾ ਸ਼ੌਂਕ ਪੂਰਾ, ਨਾਲੇ ਚੋਪੜੀਆਂ ਨਾਲੇ ਦੋ। ਸੋ ਹੋਇਆ ਇਹ ਕਿ 2019 ਵਿੱਚ ਇੰਸਪੈਕਟਰ ਦੀ ਨੌਕਰੀ ਤੋਂ ਅਸਤੀਫਾ ਦੇਣ ਉਪਰੰਤ ਮੈਂ 2 ਸਾਲ IAS ਦੀ ਕੋਚਿੰਗ ਦਿੱਤੀ। ਫਿਰ 2021 ਵਿੱਚ ਅਸਿਸਟੈਂਟ ਪ੍ਰੋਫੈਸਰ ਦਾ ਪੇਪਰ ਪਾਸ ਕਰਨ ਉਪਰੰਤ ਜਦੋਂ ਉਹ ਭਰਤੀ ਅਦਾਲਤ ਦੇ ਚੱਕਰ ਵਿੱਚ ਫਸ ਗਈ ਤਾਂ ਪਤਾ ਲੱਗਿਆ ਕਿ ਘੱਟੋ ਘੱਟ 5-6 ਮਹੀਨੇ ਤਾਂ ਅਦਾਲਤ ਨੇ ਕੇਸ ਨਿਪਟਾਉਣ ਦੇ ਲੈ ਹੀ ਲੈਣੇ ਨੇ। ਸੋ ਮੈਂ ਸੋਚਿਆ ਕਿਉਂ ਨਾ ਜ਼ਿੰਦਗੀ ਵਿੱਚ ਕੁਝ ਨਵਾਂ ਕੀਤਾ ਜਾਵੇ। ਘਰ ਘਰ ਅਖਬਾਰਾਂ ਸੁੱਟਣ ਵਾਲੀ ਬਲੂ ਕਾਲਰ ਜੋਬ ਜ਼ਿੰਦਗੀ ਵਿੱਚ ਪਹਿਲਾਂ ਕਰ ਲਈ ਸੀ ਅਤੇ ਫਿਰ ਇੰਸਪੈਕਟਰ ਵਾਲੀ ਵਾਈਟ ਕਾਲਰ ਜੋਬ ਵੀ ਕਰ ਲਈ ਸੀ। ਹੁਣ ਪ੍ਰੋਫੈਸਰੀ ਕਰਨ ਤੋਂ ਪਹਿਲਾਂ ਮੈਂ ਸੋਚਿਆ ਕਿਉਂ ਨਾ ਬਿਜ਼ਨਸ ਕਰ ਹੀ ਲਈਏ। ਮੇਰੇ ਮਨ ਵਿੱਚ ਇਹ ਵਿਚਾਰ ਕਾਫੀ ਦੇਰ ਦਾ ਘੁੰਮ ਰਿਹਾ ਸੀ, ਕਿਉਂ ਜੋ ਮੈਂ ਕਾਰਲ ਮਾਰਕਸ ਦੀ ਕਿਤਾਬ ਦਾਸ ਕੈਪੀਟਲ ਦਾ ਪੰਜਾਬੀ ਅਨੁਵਾਦ ਕਰਨ ਦਾ ਮਨ ਬਣਾ ਰਿਹਾ ਸੀ, ਪਰ ਬਿਜ਼ਨਸ ਦਾ ਡੂੰਘਾ ਗਿਆਨ ਹੋਣ ਤੋਂ ਬਿਨਾਂ ਇਹ ਕਿਤਾਬ ਦਾ ਅਨੁਵਾਦ ਕਿਸੇ ਕੰਮ ਦਾ ਨਹੀਂ। ਨਾਲੇ ਇਹ ਗੱਲ ਵੀ ਮੇਰੇ ਦਿਮਾਗ ਵਿੱਚ ਸੀ ਕਿ ਇੱਕ ਬੁੱਕ ਕੈਫੇ ਹੀ ਖੋਲ੍ਹ ਲਈਏ ਤਾਂ ਬਿਜ਼ਨਸ ਦਾ ਬਿਜ਼ਨਸ ਹੋ ਜੂ, ਨਵੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਵੀ ਪੂਰਾ ਹੋ ਜੂ, ਨਾਲੇ ਬਿਜ਼ਨਸ ਸਕਿੱਲਜ਼ ਸਿੱਖ ਕੇ ਦਾਸ ਕੈਪੀਟਲ ਦਾ ਅਨੁਵਾਦ ਵੀ ਸਿਰੇ ਚੜ੍ਹ ਜਾਊ। ਵੈਸੇ ਹੁਣ ਮੈਂ ਸੋਚਦਾ ਕਿ ਹਲਵਾਈ ਬਣਨ ਨਾਲੋਂ ਤਾਂ ਚੰਗਾ ਹੀ ਕੀਤਾ ਮੈਂ, ਕਿਉਂ ਜੋ ਕੋਈ ਇੱਕ ਮਠਿਆਈ ਇੱਕ ਵਾਰ ਹੀ ਖਾਧੀ ਜਾ ਸਕਦੀ ਹੈ, ਪਰ ਕੋਈ ਇੱਕ ਕਿਤਾਬ ਜਿੰਨਾ ਮਰਜ਼ੀ ਲੋਕ ਜਿੰਨੇ ਮਰਜ਼ੀ ਵਾਰ ਚਾਹੇ ਪੜ੍ਹ ਲੈਣ। ਸੋ ਲਓ ਜੀ, 1 ਫਰਵਰੀ 2022 ਨੂੰ ਮੈਂ ਨਾਭੇ ਸ਼ਹਿਰ ਦੇ ਇੱਕ ਪਾਸੇ 'ਤੇ ਸਥਿਤ ਇੱਕ ਦੁਕਾਨ ਕਿਰਾਏ ਉੱਤੇ ਲੈ ਕੇ ਗੁਲਮੋਹਰ ਬੁੱਕ ਕੈਫੇ ਦਾ ਉਦਘਾਟਨ ਕਰ ਦਿੱਤਾ। ਦੁਕਾਨ ਦੇ ਪਹਿਲੇ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਦੀ ਦੋਸਤਾਂ ਨੇ ਸਲਾਹ ਦਿੱਤੀ, ਪਰ ਮੈਂ ਨਾ ਕਰ ਦਿੱਤੀ, ਕਿਉਂ ਜੋ ਬਾਣੀ ਪੜ੍ਹਨ ਦੀ ਤਾਂ ਸਮਝ ਆਉਂਦੀ ਹੈ, ਬਾਣੀ ਦਾ ਪਾਠ ਕਰਨਾ ਮੇਰੇ ਸਮਝ ਵਿੱਚ ਨਹੀਂ ਆਉਂਦਾ। ਗਿਆਨ ਤਾਂ ਵਰਤਣ ਲਈ ਹੁੰਦਾ ਨਾ, ਦੁਹਰਾਉਣ ਲਈ ਥੋੜ੍ਹੀ। ਖੈਰ, ਬਗੈਰ ਕਿਸੇ ਪਾਠ ਪੂਜਾ ਦੇ ਮੈਂ ਆਪਣੇ ਘਰ ਹੀ ਕੀਰਤਨ ਕੀਤਾ ਅਤੇ ਕੈਫੇ ਖੋਲ੍ਹ ਲਿਆ। ਕੈਫੇ ਦਾ ਨਾਮ ਗੁਲਮੋਹਰ ਕਿਸ ਲਈ ਰੱਖਿਆ? ਵੈਸੇ ਸਰੋਤੇ ਜੇ ਆਪ ਹੀ ਉਸ ਰੁੱਖ ਨੂੰ ਜਦੋਂ ਫੁੱਲ ਪੈਂਦੇ ਨੇ, ਚਲੋ ਬਗੈਰ ਫੁੱਲਾਂ ਵਾਲੀ ਰੁੱਤ ਵਿੱਚ ਹੀ ਵੇਖ ਲੈਣ, ਉਹ ਸਮਝ ਜਾਣਗੇ ਕਿ ਇਸ ਦੇ ਸੁਹੱਪਣ ਵਿੱਚ ਕਿਆ ਜਾਦੂ ਹੈ। ਮੈਂ ਤਾਂ ਰਿਸ਼ਤੇਦਾਰੀ ਵਿੱਚ ਵੀ ਜਿੱਥੇ ਜਿੱਥੇ ਬੱਚਿਆਂ ਦਾ ਜਨਮ ਹੋਇਆ ਉੱਥੇ ਉਹਨਾਂ ਬੱਚਿਆਂ ਦਾ ਨਾਮ ਗੁਲਮੋਹਰ ਰੱਖਣ ਬਾਰੇ ਵੀ ਸਲਾਹ ਦਿੱਤੀ, ਪਰ ਉਹ ਕਹਿੰਦੇ ਕਿ ਨਾ ਭਰਾਵਾ, ਪਰਿਵਾਰ 'ਚ ਇੱਕ ਕਮਲਾ ਹੀ ਬਹੁਤ ਹੁੰਦਾ, ਸੋ ਮੈਨੂੰ ਮਾਫ਼ ਕਰੋ। ਮੈਂ ਸੋਚਿਆ ਕਿ ਚਲੋ ਗਿਆਨ ਦੇਣ ਦੀ ਥਾਂ ਆਪ ਹੀ ਵਰਤ ਲਈਏ। ਸੋ ਇਸ ਤਰ੍ਹਾਂ ਕੈਫੇ ਦਾ ਨਾਮ ਰੱਖਿਆ ਗਿਆ ਗੁਲਮੋਹਰ ਬੁੱਕ ਕੈਫੇ। ਨਾਭੇ ਸ਼ਹਿਰ ਦੀ ਤਸੀਰ ਬਾਰੇ ਇੰਨਾ ਤਾਂ ਮੈਨੂੰ ਪਤਾ ਹੀ ਸੀ ਕਿ ਕੋਈ ਵੀ ਆਪਣੇ ਘਰੋਂ ਇਹ ਸੋਚ ਕੇ ਨਹੀਂ ਤੁਰਦਾ ਕਿ ਚਲੋ ਬਾਈ ਅੱਜ ਪੜ੍ਹਨ ਲਈ ਕੋਈ ਕਿਤਾਬ ਹੀ ਲੈ ਕੇ ਆਈਏ। ਹਾਂ, ਇੱਕਾ ਦੁੱਕਾ ਲੋਕ ਹਰ ਥਾਂ ਹੁੰਦੇ ਹਨ, ਪਰ ਉਹਨਾਂ ਸਹਾਰੇ ਬਿਜ਼ਨਸ ਨਹੀਂ ਚਲਾਇਆ ਜਾ ਸਕਦਾ। ਸੋ ਮੈਂ ਕੈਫੇ ਵਿੱਚ ਇੱਕ ਫੋਟੋਸਟੇਟ ਦੀ ਮਸ਼ੀਨ ਅਤੇ ਇੱਕ ਲੈਮੀਨੇਸ਼ਨ ਦੀ ਮਸ਼ੀਨ ਵੀ ਰੱਖ ਲਈ। ਇੱਕ ਗੱਲ ਮੈਂ ਇਹ ਕੀਤੀ ਕਿ ਜਿੱਥੇ ਖੜ੍ਹ ਕੇ ਮੈਂ ਫੋਟੋਸਟੇਟ ਕਰਦਾ ਸੀ, ਬਿਲਕੁਲ ਉਸਦੇ ਪਿਛਲੇ ਪਾਸੇ ਹੀ ਖਾਨਿਆਂ ਵਿੱਚ ਕਿਤਾਬਾਂ ਰੱਖ ਲਈਆਂ, ਸੋ ਗਾਹਕ ਦਾ ਧਿਆਨ ਬਦੋ ਬਦੀ ਕਿਤਾਬਾਂ 'ਤੇ ਚਲਾ ਜਾਂਦਾ। MA ਪੰਜਾਬੀ ਕੀਤੀ ਹੋਣ ਕਾਰਨ ਮੈਨੂੰ ਪਤਾ ਸੀ ਕਿ ਕਿਸ ਕਿਸਮ ਦੀਆਂ ਕਿਤਾਬਾਂ ਜ਼ਿਆਦਾ ਵਿਕਦੀਆਂ ਨੇ। ਸੋ ਹੁੰਦਾ ਇਉਂ ਕਿ ਲੋਕ ਆਉਂਦੇ ਤਾਂ ਫੋਟੋਸਟੇਟ ਕਰਵਾਉਣ, ਪਰ ਜਾਂਦੇ ਵਕਤ ਇੱਕ ਕਿਤਾਬ ਵੀ ਉਹਨਾਂ ਦੇ ਹੱਥ ਵਿੱਚ ਹੁੰਦੀ। ਇੱਕ ਬਰੀਕ ਗੱਲ ਸਮਝ ਵਿੱਚ ਆਈ ਕਿ ਬਿਜ਼ਨਸ ਸਾਨੂੰ ਲੋਕਾਂ ਮੁਤਾਬਕ ਚੱਲਣਾ ਸਿਖਾਉਂਦਾ ਹੈ। ਇਸ ਤਰ੍ਹਾਂ ਬਿਜ਼ਨਸ ਲੋਕਤੰਤਰ ਦਾ ਸਹਾਇਕ ਵੀ ਹੈ, ਪਰ ਜੇ ਚੰਗਾ ਸਮਾਜ ਸਿਰਜਣਾ ਹੈ ਤਾਂ ਪਹਿਲਾਂ ਲੋਕਾਂ ਮੁਤਾਬਕ ਤਾਂ ਕੁਝ ਨਾ ਕੁਝ ਚੱਲਣਾ ਹੀ ਪਵੇਗਾ, ਫਿਰ
ਆਪਣੇ ਵੱਲੋਂ ਕੁਝ ਚੰਗਾ ਦੇ ਕੇ ਅਜਿਹਾ ਸਮਾਜ ਸਿਰਜਿਆ ਜਾ ਸਕਦਾ ਹੈ ਜੋ ਲੋਕਾਂ ਨੂੰ ਚਾਹੀਦਾ ਹੈ, ਜਿਵੇਂ ਕਿ ਮੇਰੇ ਕੇਸ ਵਿੱਚ ਫੋਟੋਸਟੇਟ। ਸੋ ਜੇ ਉਹਨਾਂ ਨੂੰ ਮਿੱਠੀ ਜ਼ੁਬਾਨ ਅਤੇ ਸਾਫ਼ ਫੋਟੋਸਟੇਟ ਦੇ ਰੂਪ ਵਿੱਚ ਮਿਲੇਗਾ ਤਾਂ ਉਹ ਤੁਹਾਡੇ ਵੱਲੋਂ ਮੁਹੱਈਆ ਕਰਵਾਏ ਜਾਂਦੀ ਹੋਰ ਚੀਜ਼ ਵੀ ਰਜ਼ਾਮੰਦੀ ਨਾਲ ਖਰੀਦ ਲੈਣਗੇ। ਬਟ ਮਿੱਠੀ ਜ਼ੁਬਾਨ ਹੀ ਕਾफ़ੀ ਨਹੀਂ ਜਨਾਬ, ਚੀਜ਼ਾਂ ਦੀ ਕੀਮਤ ਵੀ ਵਾਜਬ ਰੱਖਣੀ ਪਵੇਗੀ। ਨਾਭੇ ਸ਼ਹਿਰ ਦਾ ਪਹਿਲਾ ਬੁੱਕ ਕੈਫੇ ਹੋਣ ਦੇ ਨਾਲ ਨਾਲ ਮੈਂ ਇੱਕ ਨਵਾਂ ਮਾਡਲ ਵੀ ਵਰਤਿਆ ਅਤੇ ਉਹ ਸੀ ਕਿਰਾਏ 'ਤੇ ਕਿਤਾਬਾਂ ਦੇਣ ਦਾ ਮਾਡਲ। ਕਿਉਂ ਜੋ ਸਾਡੇ ਸਮਾਜ ਦੀ ਇਹ ਸੱਚਾਈ ਹੈ ਕਿ ਜਿਸ ਕੋਲ ਪੈਸੇ ਨੇ ਉਹ ਪੜ੍ਹਨਾ ਨਹੀਂ ਚਾਹੁੰਦਾ ਅਤੇ ਜੋ ਪੜ੍ਹਨਾ ਚਾਹੁੰਦਾ ਹੈ ਉਸ ਕੋਲ ਓਨੇ ਪੈਸੇ ਨਹੀਂ ਹਨ। ਸੋ ਮੈਂ ਇਉਂ ਕੀਤਾ ਕਿ 100 ਰੁਪਏ ਵਾਲੀ ਕਿਤਾਬ 100 ਰੁਪਏ ਦੀ ਹੀ ਦੇ ਦਿੰਦਾ, ਪਰ ਪੜ੍ਹ ਕੇ ਜਦੋਂ ਕੋਈ ਵਾਪਸ ਕਰ ਦਿੰਦਾ ਤਾਂ ਕਿਤਾਬ ਦੀ ਸਹੀ ਹਾਲਤ ਹੋਣ 'ਤੇ 70 ਰੁਪਏ ਉਸਨੂੰ ਵਾਪਸ ਕਰ ਦਿੰਦਾ, ਭਾਵ ਕਿ ਉਸਨੂੰ ਉਹ ਕਿਤਾਬ ਸਿਰਫ 30 ਰੁਪਏ ਵਿੱਚ ਹੀ ਮਿਲ ਜਾਂਦੀ। ਕਹਿੰਦੇ ਨੇ ਗਾਹਕ ਅਤੇ ਮੌਤ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਆ ਜਾਵੇ, ਪਰ ਕਿਸਨੇ ਕਿਹਾ ਕਿ ਜੇ ਇਹਨਾਂ ਦਾ ਪਤਾ ਨਹੀਂ ਕਦੋਂ ਆ ਜਾਣ ਤਾਂ ਇਹਨਾਂ ਜੋਗੀ ਤਿਆਰੀ ਵੀ ਨਹੀਂ ਕਰਨੀ। ਸੋ ਮੈਂ ਕਿਰਾਏ ਵਾਲਾ ਬਿਜ਼ਨਸ ਮਾਡਲ ਇਸੇ ਤਿਆਰੀ ਵਜੋਂ ਤਿਆਰ ਕੀਤਾ। ਇੱਕ ਫਿਲਾਸਫਰ ਨੇ ਕਿਹਾ ਹੈ ਕਿ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਭਾਵ ਜਦੋਂ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਹਾਂ, ਜੇ ਉਸ ਵਿੱਚ ਉਸ ਵਕਤ ਸਾਡਾ ਮਨ ਨਾ ਹੋਵੇ ਤਾਂ ਆਪਣੇ ਆਪ ਨੂੰ ਪਰਦੇਸੀ ਹੀ ਸਮਝ ਲੈਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਪਰਾਏ ਦੇਸ਼ ਜਾਣ ਵਾਲੇ ਨੂੰ ਹੀ ਪਰਦੇਸੀ ਕਿਹਾ ਜਾਵੇ। ਸੋ ਜੇ ਬਿਜ਼ਨਸ ਕਰਨ ਵਕਤ ਤੁਸੀਂ ਕੌਨਸ਼ੀਅਸ ਹੋਵੋਗੇ, ਯਾਨੀ ਕਿ ਜੇ ਤੁਹਾਡਾ ਮਨ ਪਰਦੇਸੀ ਨਹੀਂ ਹੋਵੇਗਾ, ਤੁਸੀਂ ਕਈ ਗੱਲਾਂ ਵੱਲ ਧਿਆਨ ਦੇ ਕੇ ਆਪਣਾ ਕੰਮ ਵਧਾ ਸਕਦੇ ਹੋ। ਜਿਵੇਂ ਮੇਰੇ ਨਾਲ ਵਾਲੇ ਦੁਕਾਨਦਾਰ ਚਾਹ ਬਣਾਉਣ ਦਾ ਵੀ ਕੰਮ ਕਰਦੇ ਸਨ, ਸੋ ਮੈਂ ਚਾਹ ਨੂੰ ਵੀ ਆਪਣੇ ਕੰਮ ਨਾਲ ਜੋੜ ਲਿਆ। ਵੈਸੇ ਦੱਸਣ ਦੀ ਲੋੜ ਤਾਂ ਨਹੀਂ ਕਿ ਗਾਹਕ ਨੂੰ ਪਿਆਈ ਚਾਹ ਦੇ ਪੈਸੇ ਉਸ ਵੱਲੋਂ ਖਰੀਦੀਆਂ ਕਿਤਾਬਾਂ ਦੀ ਕੀਮਤ ਵਿੱਚੋਂ ਹੀ ਕੱਢੇ ਜਾਂਦੇ ਸਨ। ਉਸੇ ਤਰ੍ਹਾਂ ਮੈਂ ਵੇਖਿਆ ਕਿ ਬੰਦਾ ਨਕਲ ਕਰਕੇ ਵੀ ਬਹੁਤ ਕੁਝ ਸਿੱਖ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਿਤਾਬ ਘਰ ਵਿਖੇ ਸਾਰਾ ਦਿਨ ਬਹਿ ਕੇ ਮੁਫਤ ਵਿੱਚ ਕਿਤਾਬਾਂ ਪੜ੍ਹਨ ਦੀ ਖੁੱਲ੍ਹ ਮੈਂ ਵੇਖੀ ਸੀ। ਸੋ ਉਸੇ ਦੀ ਨਕਲ ਕਰਕੇ ਮੈਂ ਆਪਣੇ ਕੈਫੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਸਹੂਲਤ ਕਰ ਦਿੱਤੀ। ਵੈਸੇ ਸਾਰੇ ਹੀ ਗਾਹਕ ਮੇਰੇ ਤੋਂ ਖੁਸ਼ ਹੋ ਕੇ ਨਹੀਂ ਸੀ ਜਾਂਦੇ। ਸਭ ਤੋਂ ਵੱਧ ਗਿਣਤੀ ਵਿੱਚ ਗਾਹਕ ਜੋ ਮੇਰੇ ਕੈਫੇ ਤੋਂ ਖਾਲੀ ਹੱਥ ਮੁੜੇ ਉਹ ਸਨ ਜੋ ਮੋਬਾਈਲ ਰਿਚਾਰਜ ਕਰਵਾਉਣ ਲਈ ਆਏ ਅਤੇ ਦੂਜੇ ਜੋ ਪਾਸਪੋਰਟ ਸਾਈਜ਼ ਫੋਟੋਆਂ ਬਣਵਾਉਣ ਲਈ ਆਏ। ਵਿਚਲੀ ਗੱਲ ਦਰਅਸਲ ਇਹ ਸੀ ਕਿ ਲਗਭਗ ਅੱਧਾ ਕੁ ਕਿਲੋਮੀਟਰ ਦੂਰੀ ਉੱਤੇ ਹੀ ਅਜਿਹੀਆਂ 2 ਦੁਕਾਨਾਂ ਮੌਜੂਦ ਸਨ ਜਿੱਥੇ ਇਹ ਕੰਮ ਕੀਤਾ ਜਾਂਦਾ ਸੀ। ਇਹ ਕੰਮ ਆਉਂਦਾ ਹੋਣ ਦੇ ਬਾਵਜੂਦ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਕਿਸੇ ਦਾ ਰੁਜ਼ਗਾਰ ਖਾ ਜਾਵਾਂ। ਜ਼ਿਆਦਾ ਕਮਾ ਕੇ ਕਿਸੇ ਦਾ ਰੁਜ਼ਗਾਰ ਖਾ ਕੇ ਫਿਰ ਦਸਵੰਧ ਕੱਢਣਾ ਮੇਰੀ ਸਮਝ ਤੋਂ ਉੱਤੇ ਦੀ ਗੱਲ ਹੈ। ਵੈਸੇ ਹੁਣ ਜੇ ਸੋਚਦਾ ਕਿ ਵਿਵਹਾਰਕ ਪੱਖੋਂ ਵੀ ਇਹ ਸਹੀ ਹੀ ਸੀ। ਕੱਲ੍ਹ ਨੂੰ ਜੇ ਉਹ ਮੇਰੇ ਵਾਲਾ ਕੰਮ ਕਰਨ ਲੱਗਦੇ ਤਾਂ ਮੈਂ ਕੀ ਕਰ ਲੈਂਦਾ। ਹਾਂ ਠੀਕ ਹੈ, ਕਈ ਦੋਸਤਾਂ ਨੇ ਮੈਨੂੰ ਜ਼ੋਰ ਪਾ ਕੇ ਕਿਹਾ ਕਿ ਅਜਿਹਾ ਸੋਚਣਾ ਜਾਇਜ਼ ਨਹੀਂ। ਉਹ ਕਹਿੰਦੇ ਯਾਰ ਤੁਸੀਂ ਕਸਟਮਰਸ ਨੂੰ ਸਰਵਿਸ ਦੇ ਰਹੇ ਹੋ, ਉਹਨਾਂ ਦੇ ਘਰਾਂ ਕੋਲ ਦੂਜੇ ਦੇ ਲੈਣ। ਕਸਟਮਰਸ ਬਾਰੇ ਸੋਚੋ ਬਸ। ਪਰ ਇੱਥੇ ਮੈਨੂੰ ਇਹ ਖਪਤਕਾਰ ਆਧਾਰਿਤ ਆਰਥਿਕ ਵਿਕਾਸ ਦਾ ਮਾਡਲ ਰੁਜ਼ਗਾਰ ਆਧਾਰਿਤ ਆਰਥਿਕ ਵਿਕਾਸ ਦੇ ਮਾਡਲ ਤੋਂ ਵਧੀਆ ਨਾ ਲੱਗਾ। ਕਿਉਂ ਜੋ ਮੈਂ ਮੋਬਾਈਲ ਰਿਚਾਰਜ ਕੋਈ ਦੂਜੇ ਨਾਲੋਂ ਵਧੀਆ ਥੋੜ੍ਹਾ ਕਰ ਦੇਣਾ ਸੀ ਕਿ ਗਾਹਕਾਂ ਦਾ ਫਾਇਦਾ ਹੋਊ। ਐਵੇਂ ਕਿਸੇ ਸਿਧਾਂਤ ਪਿੱਛੇ ਅੱਖਾਂ ਮੀਚ ਕੇ ਨਹੀਂ ਤੁਰ ਪੈਣਾ ਚਾਹੀਦਾ। ਇਹ ਬੁੱਕ ਕੈਫੇ ਭਾਵੇਂ ਖੋਲ੍ਹਿਆ ਤਾਂ ਮੈਂ ਹੀ ਸੀ, ਪਰ ਇਸ ਦੇ ਹੋਰ ਮਹੱਤਵ ਬਾਰੇ ਕਈ ਗੱਲਾਂ ਮੈਨੂੰ ਦੂਜੇ ਬੰਦੇ ਦੱਸਦੇ। ਜਿਵੇਂ ਜਦੋਂ ਮੈਂ ਇੱਕ ਮਸ਼ਹੂਰ ਲੇਖਕ ਗੋਵਰਧਨ ਲਾਲ ਜੀ ਨੂੰ ਇਸ ਕੈਫੇ ਬਾਰੇ ਦੱਸਿਆ ਤਾਂ ਉਹਨਾਂ ਵੱਲੋਂ ਕੈਫੇ ਦਾ ਪਤਾ ਪੁੱਛਣ ਉੱਤੇ ਮੈਂ ਦੱਸਿਆ ਕਿ ਸਰ ਨਾਭੇ ਥੂਹੀ ਰੋਡ ਉੱਤੇ ਸੈਂਟਰਲ ਜੇਲ੍ਹ ਦੇ ਬਿਲਕੁਲ ਸਾਹਮਣੇ ਹੀ ਇਹ ਕੈਫੇ ਹੈ। ਉਹਨਾਂ ਕਿਹਾ, ਵਾਹ, ਜੇਲ੍ਹ ਸਾਹਮਣੇ ਕਿਤਾਬ ਘਰ, ਕਿਆ ਸੋਚ ਹੈ। ਵੈਸੇ ਮੈਂ ਬਾਅਦ ਵਿੱਚ ਸੋਚਿਆ ਕਿ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ, ਤੁੱਕਾ ਹੀ ਲੱਗ ਗਿਆ ਸਮਝੋ।
ਵੈਸੇ ਕੈਫੇ ਦੀ ਸਥਿਤੀ ਦਾ ਇੱਕ ਹੋਰ ਪਹਿਲੂ ਵੀ ਸੀ। ਇਸ ਤੋਂ 1 ਕਿਲੋਮੀਟਰ ਦੀ ਦੂਰੀ ਉੱਤੇ ਮੜੀਆਂ ਵੀ ਸਨ। ਸੋ ਹਰ ਦੂਜੇ ਤੀਜੇ ਦਿਨ ਰਾਮ ਨਾਮ ਸੱਤਿ ਹੈ ਦੇ ਸ਼ਬਦ ਮੈਨੂੰ ਜ਼ਿੰਦਗੀ ਦੇ ਹਰ ਪਲ ਨੂੰ ਕਿਸੇ ਲੇਖੇ ਲਾਉਣ ਲਈ ਪ੍ਰੇਰਿਤ ਕਰਦੇ। ਇਹ ਬੁੱਕ ਕੈਫੇ ਹੀ ਸੀ ਜਿਸ ਦੇ ਸਮੇਂ ਦੌਰਾਨ ਪਟਿਆਲੇ ਵਿਖੇ ਧਰਮ ਦੇ ਨਾਂ ਹੇਠ ਦੋ ਧਰਮ ਦੇ ਗੁੰਡਿਆਂ ਦੀ ਆਪਸ ਵਿੱਚ ਲੜਾਈ ਹੋਈ। ਪਰ ਮੇਰੇ ਕੈਫੇ ਵਿੱਚ ਉਹਨਾਂ ਹੀ ਧਰਮਾਂ ਦੇ ਸੱਜਣ ਬੰਦਿਆਂ ਦੀਆਂ ਕਿਤਾਬਾਂ ਨਾਲੋਂ ਨਾਲ ਪਈਆਂ ਸਨ। ਇਹ ਬੁੱਕ ਕੈਫੇ ਹੀ ਸੀ ਜਿਸ ਨੇ ਮੈਨੂੰ ਸਿਖਾਇਆ ਕਿ ਘਰ ਵਿੱਚ ਜਿਸ ਨੂੰ ਮੱਕੜੀਆਂ ਦੇ ਜਾਲੇ ਕਹਿ ਕੇ ਮੈਂ ਝਾੜ ਦਿੰਦਾ ਸਾਂ, ਉਹ ਵੀ ਮੇਰੇ ਵਾਂਗੂ ਦੁਕਾਨਦਾਰ ਹੀ ਨੇ ਜੋ ਆਪਣਾ ਰੁਜ਼ਗਾਰ ਚਲਾ ਰਹੀਆਂ ਨੇ। ਮੇਰੇ ਅਧਿਆਪਕ ਦੱਸਿਆ ਕਰਦੇ ਨੇ ਕਿ ਭਾਸ਼ਾ ਰਾਹੀਂ ਹੀ ਦੂਜਿਆਂ ਉੱਤੇ ਧੌਂਸ ਜਮਾਉਣ ਦੀ ਸ਼ੁਰੂਆਤ ਹੁੰਦੀ ਹੈ। ਜਦ ਮੱਕੜੀਆਂ ਦੇ ਰੁਜ਼ਗਾਰ ਨੂੰ ਜਾਲਾ ਹੀ ਕਹਿ ਦਿੱਤਾ ਤਾਂ ਉਹਨਾਂ ਨੂੰ ਝਾੜ ਦੇਣ ਦੀ ਸੋਚ ਕਿੰਨੀ ਕੁ ਦੂਰ ਹੋਵੇਗੀ। ਉਸੇ ਤਰ੍ਹਾਂ ਜਦ ਲੁਧਿਆਣੇ ਦੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਹੀ ਕਹਿ ਦਿੱਤਾ ਤਾਂ ਉਸ ਵਿੱਚ ਗੰਦਮੰਦ ਸੁੱਟਣ ਦੀ ਸੋਚ ਕਦੋਂ ਦੂਰ ਹੋਵੇਗੀ। ਵੈਸੇ ਬੁੱਕ ਕੈਫੇ ਦੇ ਅੰਦਰ ਬੈਠਾ ਮੈਂ ਪਰਦਿਆਂ ਰਾਹੀਂ ਬਾਹਰ ਵੇਖਦਾ ਤਾਂ ਕਈ ਰੇਹੜੀ ਵਾਲੇ ਜਾਂ ਛਾਬੇ ਵਾਲੇ ਨਜ਼ਰੀ ਪੈਂਦੇ। ਮੈਂ ਸੋਚਿਆ ਕਿ ਇਹ ਵੀ ਮੇਰੇ ਵਾਂਗ ਬਿਜ਼ਨਸਮੈਨ ਹੀ ਨੇ, ਪਰ ਇਹਨਾਂ ਦੇ ਵਿਵਹਾਰ ਵਿੱਚ ਮੇਰੇ ਵਾਂਗ ਮੜਕ ਕਿਉਂ ਨਹੀਂ। ਸ਼ਾਇਦ ਬੰਦੇ ਵਿੱਚ ਇਹ ਮੜਕ ਉਦੋਂ ਹੀ ਆਉਂਦੀ ਹੈ ਜਦੋਂ ਲੋਕ ਉਸ ਕੋਲ ਆਉਣ, ਨਾ ਕਿ ਉਦੋਂ ਜਦੋਂ ਉਹ ਲੋਕਾਂ ਕੋਲ ਜਾਵੇ। ਵੈਸੇ ਜਦੋਂ ਦੁਪਹਿਰੇ ਮੈਂ ਰੋਟੀ ਖਾਂਦਾ ਹੁੰਦਾ ਤਾਂ ਕਈ ਵਾਰ ਕੋਈ ਗਾਹਕ ਆ ਜਾਂਦਾ। ਮੈਂ ਸੋਚੀ ਪੈ ਜਾਂਦਾ ਕਿ ਗਾਹਕ ਨੂੰ ਨਾ ਕਹਿ ਦਾਂ ਜਾਂ ਨਾ, ਕਿਉਂ ਜੋ ਗਾਹਕ ਤੋਂ ਜਿਸ ਕਮਾਈ ਕਰਨ ਨੂੰ ਅਸੀਂ ਰੋਜ਼ੀ ਰੋਟੀ ਕਮਾਉਣਾ ਕਹਿੰਦੇ ਹਾਂ, ਉਹੀ ਰੋਟੀ ਤਾਂ ਮੈਂ ਖਾ ਰਿਹਾ ਹੁੰਦਾ ਹਾਂ। ਚਲੋ ਕਈ ਵਾਰ ਗਾਹਕ ਮੈਨੂੰ ਰੋਟੀ ਖਾਂਦਾ ਦੇਖ ਆਪ ਹੀ ਤੁਰ ਜਾਂਦੇ ਅਤੇ ਕਈਆਂ ਨੂੰ ਮੈਂ ਨਾ ਕਰ ਦਿੰਦਾ। ਵੈਸੇ ਮੈਂ ਹਰ ਵਾਰ ਨਾਲ ਪੁੱਛ ਵੀ ਲੈਂਦਾ ਕਿ ਬਾਈ ਜੀ ਅਰਜੈਂਟ ਤਾਂ ਨਹੀਂ। ਵੈਸੇ ਮੈਂ ਕੈਫੇ ਖੋਲ੍ਹਣ ਲੱਗਿਆਂ ਇਹ ਸਵਾਲ ਆਪਣੇ ਆਪ ਨੂੰ ਪੁੱਛਿਆ ਸੀ ਕਿ ਲੋਕ ਮੇਰੇ ਕੈਫੇ 'ਤੇ ਕਿਉਂ ਆਉਣ। ਕੀ ਮੈਂ ਕੋਈ ਨਵੀਂ ਚੀਜ਼ ਵੇਚਣ ਲੱਗਿਆ ਹਾਂ? ਕੀ ਮੈਂ ਕੋਈ ਪੁਰਾਣੀ ਚੀਜ਼ ਹੀ ਨਵੇਂ ਰੇਟ 'ਤੇ ਵੇਚਣ ਲੱਗਿਆ ਹਾਂ? ਕੀ ਮੈਂ ਪੁਰਾਣੀ ਚੀਜ਼ ਹੀ ਨਵੀਂ ਕੁਆਲਿਟੀ ਜਾਂ ਨਵੇਂ ਤਰੀਕੇ ਰਾਹੀਂ ਵੇਚਣ ਲੱਗਿਆ ਹਾਂ, ਵਗੈਰਾ ਵਗੈਰਾ। ਕਿਤਾਬਾਂ ਦੇ ਸੰਦਰਭ ਵਿੱਚ ਮੈਂ ਇਹ ਤਿੰਨੋਂ ਸਵਾਲ ਹੱਲ ਕੀਤੇ। ਕੀ ਮੈਂ ਕੋਈ ਨਵੀਂ ਚੀਜ਼ ਵੇਚਣ ਲੱਗਿਆ ਹਾਂ? ਹਾਂ, ਨਾਭੇ ਸ਼ਹਿਰ ਵਿੱਚ ਸਾਹਿਤ ਨਾਲ ਸੰਬੰਧਿਤ ਕਿਤਾਬਾਂ ਮੈਂ ਪਹਿਲੀ ਵਾਰ ਵੇਚਣ ਲੱਗਿਆ ਹਾਂ। ਕੀ ਮੈਂ ਕੋਈ ਚੀਜ਼ ਨਵੇਂ ਯਾਨੀ ਕਿ ਘੱਟ ਰੇਟ 'ਤੇ ਵੇਚਣ ਲੱਗਾ ਹਾਂ? ਹਾਂ, ਮੈਂ ਇੱਕ ਕਿਤਾਬ 1/3 ਕੀਮਤ ਉੱਤੇ ਦਿੰਦਾ ਹਾਂ। ਕੀ ਮੈਂ ਕੋਈ ਚੀਜ਼ ਨਵੇਂ ਤਰੀਕੇ ਨਾਲ ਵੇਚਣ ਲੱਗਿਆ ਹਾਂ? ਹਾਂ, ਮੈਂ ਕਿਰਾਏ 'ਤੇ ਕਿਤਾਬਾਂ ਦਿੰਦਾ ਹਾਂ। ਵੈਸੇ ਰੇਟ ਥੋੜ੍ਹਾ ਵੱਧ ਰੱਖ ਕੇ ਪਰ ਮਿੱਠੀ ਜ਼ੁਬਾਨ ਬਾਣੀ ਨਾਲ ਵੀ ਅਸੀਂ ਕੋਈ ਲੋਕਲ ਬਿਜ਼ਨਸ ਚਲਾ ਸਕਦੇ ਹਾਂ। ਫਿਰ ਮੈਂ ਫੋਟੋਸਟੇਟ ਅਤੇ ਲੈਮੀਨੇਸ਼ਨ ਵਿੱਚ ਵੀ ਇਹ ਤਿੰਨੋਂ ਸਵਾਲ ਹੱਲ ਕਰਨੇ ਚਾਹੇ। ਪਰ ਫੋਟੋਸਟੇਟ ਤਾਂ ਕੋਈ ਨਵਾਂ ਕੰਮ ਨਹੀਂ ਹੈ, ਲੈਮੀਨੇਸ਼ਨ ਵੀ ਨਹੀਂ। ਸੋ ਮੈਂ ਘੱਟ ਰੇਟ 'ਤੇ ਇਹ ਕੰਮ ਕਰਨੇ ਸ਼ੁਰੂ ਕੀਤੇ। ਉਦੇਸ਼ ਘੱਟ ਕੀਮਤ ਰੱਖ ਕੇ ਵੱਧ ਗਾਹਕ ਖਿੱਚਣਾ ਸੀ। ਪਰ ਸਮੇਂ ਦੇ ਨਾਲ ਇਹ ਗੱਲ ਵੀ ਸਾਹਮਣੇ ਆਈ ਕਿ ਉਹਨਾਂ ਚੀਜ਼ਾਂ ਦਾ ਰੇਟ ਜ਼ਿਆਦਾ ਘੱਟ ਰੱਖਣ ਵਿੱਚ ਕੋਈ ਸਿਆਣਪ ਨਹੀਂ ਜੋ ਚੀਜ਼ਾਂ ਲੋਕਾਂ ਨੇ ਇੱਕੋ ਵਾਰ ਖਰੀਦਣੀਆਂ ਨੇ, ਜਿਵੇਂ ਲੈਮੀਨੇਸ਼ਨ। ਸੋ ਇਸ ਦਾ ਰੇਟ ਮੈਂ ਵਧਾ ਦਿੱਤਾ। ਪਰ ਐਵੇਂ ਤਾਂ ਤੁਸੀਂ ਕਹੋਗੇ ਕਿ ਜੇ ਸਾਰੇ ਸ਼ਹਿਰ ਦੇ ਕੈਫੇ ਮਾਲਕ ਯੂਨੀਅਨ ਬਣਾ ਕੇ ਇਹ ਫੈਸਲਾ ਕਰ ਲੈਣ ਕਿ ਅੱਜ ਤੋਂ ਇੱਕ ਲੈਮੀਨੇਸ਼ਨ ਦਾ ਰੇਟ 40 ਰੁਪਏ ਹੋਵੇਗਾ ਤਾਂ ਲੋਕ ਤਾਂ ਫਿਰ ਵੀ ਦੇ ਦੇਣਗੇ। ਨਹੀਂ, ਉਸ ਹਾਲਤ ਵਿੱਚ ਸਾਨੂੰ ਧਿਆਨ ਦੇਣਾ ਪਵੇਗਾ ਕਿ ਲੈਮੀਨੇਸ਼ਨ ਦਾ ਮੁਕਾਬਲਾ ਡਾਕੂਮੈਂਟ ਫਾਈਲ ਫੋਲਡਰ ਨਾਲ ਹੋ ਜਾਵੇਗਾ। ਸੋ ਜ਼ਿਆਦਾ ਕੀਮਤ ਰੱਖਣ ਉੱਤੇ ਲੋਕ ਉਹ ਫਾਈਲ ਫੋਲਡਰ ਖਰੀਦਣ ਲਈ ਮਜਬੂਰ ਹੋ ਜਾਣਗੇ। ਕਹਿਣ ਦਾ ਭਾਵ ਇਹ ਕਿ ਕਾਹਲੀ ਅੱਗੇ ਟੋਏ ਤਾਂ ਸੁਣਿਆ ਹੀ ਹੈ, ਪਰ ਲਾਲਚ ਅੱਗੇ ਵੀ ਟੋਏ ਹੀ ਹੁੰਦੇ ਹਨ, ਇਹ ਵੀ ਪਤਾ ਚੱਲਿਆ। ਵੈਸੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਵੀ ਨਹੀਂ। ਲਾਲਚ ਵਾਲੀ ਗੱਲ ਦਾ ਫਲ ਫੋਟੋਸਟੇਟ ਦੇ ਮਾਮਲੇ ਵਿੱਚ ਇਹ ਸਮਾਜ ਭੁਗਤ ਵੀ ਚੁੱਕਿਆ ਹੈ। ਜਦੋਂ 5 ਰੁਪਏ ਪ੍ਰਤੀ ਪੇਜ ਤੱਕ
ਫੋਟੋ ਸਟੇਟ ਕਰਨ ਵਾਲਿਆਂ ਨੇ ਰੇਟ ਰੱਖ ਦਿੱਤੇ ਤਾਂ ਕੁਝ ਸਰਦੇ ਪੁਰਦੇ ਬੰਦਿਆਂ ਨੇ ਆਪਣੀ ਨਿੱਤ ਦੀ ਜ਼ਿਆਦਾ ਲੋੜ ਦੇਖਦੇ ਹੋਏ ਆਪਣੇ ਘਰ ਹੀ 8-9 ਹਜ਼ਾਰ ਦਾ ਪ੍ਰਿੰਟਰ ਖਰੀਦ ਲਿਆਂਦਾ। ਸੋ ਲੋਕਾਂ ਵਿੱਚ ਮਾਈਕ੍ਰੋਵੇਵ ਓਵਨ, ਵਾਸ਼ਿੰਗ ਮਸ਼ੀਨ, ਪ੍ਰਿੰਟਰ, ਕੰਪਿਊਟਰ, ਕਾਰ ਆਦਿ ਘਰ ਹੀ ਖਰੀਦ ਕੇ ਲੈ ਕੇ ਆਉਣ ਦੀ ਇਹ ਯੰਤਰ ਤ੍ਰਿਸ਼ਨਾ ਵਿੱਚ ਕੇਵਲ ਲੋਕ ਹੀ ਦੋਸ਼ੀ ਨਹੀਂ, ਸਗੋਂ ਅਜਿਹੇ ਦੁਕਾਨਦਾਰ ਵੀ ਬਰਾਬਰ ਦੇ ਦੋਸ਼ੀ ਹਨ। ਅੱਜ ਦੇ ਜ਼ਮਾਨੇ ਵਿੱਚ ਦੁਕਾਨਦਾਰਾਂ ਲਈ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਇਲਾਵਾ ਕੋਈ ਹੋਰ ਖਾਹਿਸ਼ ਪਾਲਣਾ ਅਤੇ ਫਿਰ ਇਸ ਕਰਕੇ ਰੇਟ ਵਧਾਉਣ ਦਾ ਨਤੀਜਾ ਅੰਤ ਇਹ ਨਿਕਲੇਗਾ ਕਿ ਅੰਤ ਬੁਨਿਆਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋਣੀ। ਵੈਸੇ ਚਾਈਨਾ ਨੇ ਇਸ ਦਾ ਵਧੀਆ ਹੱਲ ਲੱਭਿਆ ਹੈ। ਉਹ ਚੀਜ਼ਾਂ ਜੋ ਲੋਕਾਂ ਨੇ ਇੱਕੋ ਵਾਰ ਖਰੀਦਣੀਆਂ ਹੁੰਦੀਆਂ ਹਨ, ਉਹ ਚੀਜ਼ਾਂ ਵੀ ਉਹ ਘੱਟ ਰੇਟ 'ਤੇ ਵੇਚਦਾ ਹੈ, ਪਰ ਘਟੀਆ ਕੁਆਲਿਟੀ ਦੀਆਂ, ਜਿਵੇਂ ਦੀਵਾਲੀ 'ਤੇ ਜਗਣ ਵਾਲੀਆਂ ਲਾਈਟਾਂ ਦੀਆਂ ਲੜੀਆਂ। ਅਜਿਹਾ ਭਾਰਤੀ ਗਾਹਕਾਂ ਨੂੰ ਮਨਜ਼ੂਰ ਵੀ ਹੈ, ਪਰ ਮੇਰੇ ਕੇਸ ਵਿੱਚ ਅਜਿਹਾ ਮੁਮਕਿਨ ਨਹੀਂ ਸੀ। ਗਾਹਕ ਦੇ ਮਹੱਤਵਪੂਰਨ ਸਾਰੀ ਜ਼ਿੰਦਗੀ ਦੀ ਕਮਾਈ, ਡਿਗਰੀ ਦੇ ਸਰਟੀਫਿਕੇਟ, ਉਹਨਾਂ ਲਈ ਘਟੀਆ ਸਮਾਨ ਵਰਤਣਾ ਗਲਤੀ ਦੇ ਨਾਲ ਨਾਲ ਬੇਵਕੂਫੀ ਵੀ ਹੈ। ਵੈਸੇ ਇਹ ਦੁਕਾਨਦਾਰੀ ਦੀ ਪ੍ਰਵਿਰਤੀ ਹੁੰਦੀ ਹੈ ਜਿਸ ਅਨੁਸਾਰ ਬੰਦਾ ਹਰ ਚੀਜ਼ ਦਾ ਮੁੱਲ ਪਾਉਣ ਲੱਗ ਪੈਂਦਾ ਹੈ। ਇਸੇ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿਤੇ ਇਹ ਮੇਰੇ ਸਿਰ ਨਾ ਚੜ੍ਹ ਜਾਵੇ, ਮੈਂ ਕੈਫੇ ਦੇ ਵਿੱਚ ਵਿਹਲੇ ਸਮੇਂ ਸਟੂਡੈਂਟਸ ਨੂੰ ਪੜ੍ਹਾਉਣ ਦਾ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦਾ। ਹੋਰ ਸਮੇਂ ਜਦੋਂ ਕੈਫੇ ਗਾਹਕਾਂ ਤੋਂ ਖਾਲੀ ਹੁੰਦਾ ਤਾਂ ਵਿਹਲੇ ਸਮੇਂ ਜਿਸ ਦਾਸ ਕੈਪੀਟਲ ਨੂੰ ਪੰਜਾਬੀ ਵਿੱਚ ਅਨੁਵਾਦਨ ਲਈ ਮੈਂ ਕੈਫੇ ਖੋਲ੍ਹਿਆ ਸੀ, ਮੈਂ ਉਹ ਪੜ੍ਹਦਾ ਰਹਿੰਦਾ। ਮਾਰਕਸ ਕਹਿੰਦਾ ਹੈ ਕਿ ਅਮੀਰ ਇਸ ਲਈ ਅਮੀਰ ਹਨ ਕਿਉਂਕਿ ਉਹਨਾਂ ਕੋਲ ਮੀਨਸ ਆਫ ਪ੍ਰੋਡਕਸ਼ਨ ਯਾਨੀ ਕਿ ਪੈਦਾਵਾਰ ਦੇ ਸਾਧਨ ਹਨ। ਜਿਵੇਂ ਇੱਕ ਅਮੀਰ ਕਿਸਾਨ ਕੋਲ ਕਈ ਪੈਦਾਵਾਰੀ ਸਾਧਨ ਹਨ, ਜਿਵੇਂ ਜ਼ਮੀਨ, ਖੇਤੀ ਦੇ ਸੰਦ, ਸੀਰੀ ਆਦਿ, ਅਤੇ ਗਰੀਬ ਇਹਨਾਂ ਸਾਧਨਾਂ ਦੇ ਨਾ ਹੋਣ ਕਰਕੇ ਹੀ ਗਰੀਬ ਹਨ। ਮੈਂ ਆਪਣੇ ਕੈਫੇ ਵੱਲ ਧਿਆਨ ਦਿੱਤਾ ਤਾਂ ਮੈਂ ਦੇਖਿਆ ਮੇਰੇ ਕੋਲ ਵੀ ਕਈ ਪੈਦਾਵਾਰ ਦੇ ਸਾਧਨ ਹਨ। ਪਹਿਲਾ ਫੋਟੋਸਟੇਟ ਦੀ ਮਸ਼ੀਨ, ਦੂਜੀ ਲੈਮੀਨੇਸ਼ਨ ਦੀ ਮਸ਼ੀਨ, ਤੀਜੀ ਕੰਪਿਊਟਰ ਸੈੱਟ, ਚੌਥੀ ਇਹ ਦੁਕਾਨ ਅਤੇ ਪੰਜਵਾਂ ਮੈਂ ਆਪ, ਕਿਉਂ ਜੋ ਇਹਨਾਂ 4 ਸਾਧਨਾਂ ਨੂੰ ਚਲਾਉਣ ਵਾਲਾ ਤਾਂ ਮੈਂ ਆਪ ਹੀ ਹਾਂ ਨਾ। ਇੱਕ ਵਾਰ ਇੱਕ ਜਵਾਨ ਪਰ ਮੈਲੇ ਕੱਪੜਿਆਂ ਵਿੱਚ ਇੱਕ ਬਿਹਾਰ ਜਾਂ ਉੱਤਰ ਪ੍ਰਦੇਸ਼ ਤੋਂ ਆਈ ਦਿਸਦੀ ਔਰਤ ਆ ਕੇ ਪੈਸੇ ਮੰਗਣ ਲੱਗੀ, ਪਰ ਮੈਂ ਵੇਖਿਆ ਉਸਨੇ ਤਾਂ ਨੱਕ ਅਤੇ ਕੰਨਾਂ ਵਿੱਚ ਸੋਨੇ ਦੇ ਗਹਿਣੇ ਪਾਏ ਹੋਏ ਸੀ। ਮੈਂ ਸੋਚਿਆ ਇੱਥੇ ਤਾਂ ਗਰੀਬੀ ਹੱਡਾਂ ਵਿੱਚ ਵਸ ਗਈ ਲੱਗਦੀ ਹੈ, ਪਰ ਦੂਜੇ ਪਲ ਦਿਮਾਗ ਵਿੱਚ ਆਇਆ ਕਿ ਸ਼ਾਇਦ ਹੋਰ ਮਾੜੇ ਸਮੇਂ ਲਈ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਹੋਣ, ਪਰ ਭੀਖ ਮੰਗਣ ਵੇਲੇ ਤਾਂ ਉਤਾਰ ਨਹੀਂ ਸੀ ਲੈਣੀਆਂ ਚਾਹੀਦੀਆਂ। ਮੈਂ ਸੋਚਿਆ, ਮੈਂ ਕਿਹਾ ਛੱਡ ਭੈਣੇ ਇਹ ਰੋਜ਼ ਰੋਜ਼ ਦਾ ਮੰਗਣਾ, ਆਹ ਮਸ਼ੀਨ ਪਈ ਹੈ, ਮੈਂ ਸਿਖਾ ਦਿੰਦਾ ਚਲਾਣੀ, ਸ਼ਾਮ ਤੱਕ ਸਾਰੀ ਕਮਾਈ ਜਿੰਨੀ ਕੁ ਹੋਵੇਗੀ ਸਾਰੀ ਤੇਰੀ, ਚੱਲ ਲੱਗ ਕੰਮ 'ਤੇ। ਮੇਰੇ ਦਿਮਾਗ ਵਿੱਚ ਮਾਰਕਸ ਦੀ ਹੀ ਗੱਲ ਸੀ ਕਿ ਗਰੀਬ ਪੈਦਾਵਾਰ ਦੇ ਸਾਧਨ ਨਾ ਹੋਣ ਕਰਕੇ ਹੀ ਗਰੀਬ ਹਨ, ਪਰ ਉਹ ਇਹ ਕਹਿ ਸਿਰ ਹੀ ਫੇਰ ਗਈ ਕਿ ਲਓ ਬਾਬੂ ਜੀ ਮੈਂ ਕੈਸੇ ਚਲਾ ਲੂੰਗੀ, ਅਤੇ ਫਟਾਫਟ ਦੂਜੀ ਦੁਕਾਨ ਵੱਲ ਤੁਰ ਪਈ। ਹੁਣ ਮੈਂ ਸੋਚਦਾ ਗਰੀਬ ਪੈਦਾਵਾਰ ਦੇ ਸਾਧਨਾਂ ਦੀ ਅਣਹੋਂਦ ਦੇ ਨਾਲ ਨਾਲ ਪੈਦਾਵਾਰ ਕਰਨ ਦੀ ਮਾਨਸਿਕਤਾ ਦੀ ਅਣਹੋਂਦ ਕਰਕੇ ਵੀ ਗਰੀਬ ਹਨ, ਪਰ ਉਹਨਾਂ ਦੀ ਅਜਿਹੀ ਮਾਨਸਿਕਤਾ ਨਾ ਬਣਾ ਸਕਣ ਵਿੱਚ ਅਸੀਂ ਵੀ ਦੋਸ਼ੀ ਹਾਂ। ਮੇਰੇ ਕੈਫੇ ਵਿੱਚ ਲੱਗੇ ਪਰਦਿਆਂ ਨੇ ਮੈਨੂੰ ਬੜਾ ਕੁਝ ਸਿਖਾਇਆ। ਜਿਨ੍ਹਾਂ ਪਰਦਿਆਂ ਅੰਦਰੋਂ ਤਾਂ ਸਭ ਦਿਸਦਾ ਸੀ ਪਰ ਬਾਹਰੋਂ ਸਾਫ਼ ਨਹੀਂ ਸੀ ਦਿਸਦਾ। ਉਹਨਾਂ ਇਹ ਵਿਖਾਇਆ ਕਿ ਕਿਵੇਂ ਇੱਕੋ ਜੇਲ੍ਹ ਦੇ ਹੀ ਕੁਝ ਮੁਲਾਜ਼ਮ ਜੇਠ ਮਹੀਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਉਂਦੇ ਸਨ, ਪਰ ਉਸੇ ਜੇਲ੍ਹ ਦੇ ਦੂਜੇ ਕੁਝ ਮੁਲਾਜ਼ਮ ਜੇਲ੍ਹ ਬਾਹਰ ਲੱਗੇ ਫਲਾਂ ਦੀ ਰੇਹੜੀ ਤੋਂ ਮਾਲਕ ਦੇ ਨਾ ਹੁੰਦਿਆਂ ਅੰਬ ਚੁੱਕ ਕੇ ਲੈ ਜਾਂਦੇ ਸਨ। ਯਾਨੀ ਅੰਬ ਜਿਵੇਂ ਖੱਟੇ ਵੀ ਹੁੰਦੇ ਨੇ ਅਤੇ ਮਿੱਠੇ ਵੀ, ਬੰਦਿਆਂ ਬਾਰੇ ਵੀ ਇਹ ਕੁਝ ਕਿਹਾ ਹੀ ਜਾ ਸਕਦਾ ਹੈ। ਇਹ ਗੱਲ ਮੈਨੂੰ ਕੈਫੇ ਨੇ ਹੀ ਸਿਖਾਈ
ਕਿ ਕਿਸ ਤਰ੍ਹਾਂ ਸਵਾਰਥ ਦੀ ਭਾਵਨਾ ਨੂੰ ਅਸੀਂ ਸਮੂਹਕ ਭਲੇ ਲਈ ਵਰਤ ਸਕਦੇ ਹਾਂ। ਜਿੱਥੇ ਹੋਇਆ ਇੱਕ ਵਾਰੀ ਇਉਂ ਕਿ ਇੱਕ ਦਿਨ ਸ਼ਾਮੀ ਕੈਫੇ ਬੰਦ ਕਰਨ ਲੱਗਿਆਂ ਲਾਈਟ ਗਈ ਹੋਣ ਕਾਰਨ ਮੈਂ ਲਾਈਟ ਅਤੇ ਪੱਖੇ ਦਾ ਸਵਿੱਚ ਬੰਦ ਕਰਨਾ ਭੁੱਲ ਗਿਆ। ਰਾਤੀ ਯਾਦ ਆਉਣ 'ਤੇ ਮੈਂ ਰਾਤੀ 10 ਵਜੇ ਗਿਆ ਅਤੇ ਬੰਦ ਕਰਕੇ ਹੀ ਵਾਪਸ ਆਇਆ। ਪਰ ਅਸੀਂ ਅਜਿਹਾ ਕੁਝ ਸਰਕਾਰੀ ਲਾਈਟਾਂ ਨਾਲ ਤਾਂ ਨਹੀਂ ਕਰਦੇ ਜੋ ਦਿਨੇ ਵੀ ਜਗਦੀਆਂ ਰਹਿੰਦੀਆਂ ਨੇ। ਸੋ ਕਿਉਂ ਨਾ ਰੇਲ ਤੇਲ ਵਰਗੀਆਂ ਵੱਡੀਆਂ ਸੰਸਥਾਵਾਂ ਦੇ ਨਿੱਜੀਕਰਨ ਦੇ ਵਿਰੋਧ ਦੇ ਨਾਲ ਗਲੀਆਂ ਦੀਆਂ ਛੋਟੀਆਂ ਲਾਈਟਾਂ ਦੇ ਨਿੱਜੀਕਰਨ ਕਰਨ ਦੀ ਹਾਮੀ ਵੀ ਜ਼ਰੂਰ ਭਰੀਏ। ਚਲੋ ਇੱਕ ਅੰਤਲੀ ਗੱਲ, ਹੁਣ ਜਦੋਂ ਮੈਨੂੰ ਕਿਸੇ ਦਿਨ ਵੀ ਨੌਕਰੀ ਲਈ ਨਿਯੁਕਤੀ ਪੱਤਰ ਮਿਲ ਸਕਦਾ ਹੈ ਤਾਂ ਮੈਂ 30 ਜੂਨ 2022 ਨੂੰ ਇੱਕ ਕੈਫੇ ਬੰਦ ਕਰ ਦਿੱਤਾ, ਜਾਂ ਜਿਵੇਂ ਬਜ਼ੁਰਗ ਕਹਿੰਦੇ ਨੇ ਕਿ ਕੈਫੇ ਸਦਾ ਲਈ ਵਧਾ ਦਿੱਤਾ। ਅੱਜ 3 ਦਿਨ ਬਾਅਦ ਜਦੋਂ ਇੱਕ ਦੋਸਤ ਦਾ ਇੱਕ ਕਿਤਾਬ ਸੰਬੰਧੀ ਫੋਨ ਆਇਆ, ਜਦੋਂ ਮੈਂ ਉਸਨੂੰ ਦੱਸ ਕੇ ਫੋਨ ਰੱਖਿਆ ਤਾਂ ਮੇਰੇ ਦਿਮਾਗ ਵਿੱਚ ਇੱਕ ਬੜੀ ਚੁਭਵੀਂ ਜਿਹੀ ਗੱਲ ਆਈ। ਮੈਂ ਸੋਚਿਆ ਕਿ ਕੀ ਮੈਂ ਲੋਕਾਂ ਨੂੰ ਕਿਤਾਬ ਪੜ੍ਹਨ ਲਈ ਇਸ ਲਈ ਪ੍ਰੇਰਦਾ ਸੀ ਕਿਉਂਕਿ ਮੇਰਾ ਖੁਦ ਦਾ ਬੁੱਕ ਕੈਫੇ ਸੀ। ਜੇ ਨਹੀਂ ਵੀ ਤਾਂ ਵੀ ਲੋਕ ਤਾਂ ਸ਼ੱਕ ਕਰਦੇ ਹੀ ਹੋਣੇ ਕਿ ਇਹ ਕਿਤਾਬ ਦੀ ਤਾਰੀਫ ਤਾਂ ਕਰ ਰਿਹਾ ਹੈ ਕਿਉਂਕਿ ਇਸ ਦਾ ਤਾਂ ਇਹ ਰੁਜ਼ਗਾਰ ਹੈ। ਕੀ ਇਹ ਗੱਲ ਸਹੀ ਨਹੀਂ? ਇੱਕ ਗੱਲ ਸੁਣਾਉਂਦਾ ਹਾਂ। ਇੱਕ ਵਾਰ ਇੱਕ ਗਾਹਕ ਸੋ ਕਾਲਡ ਸਾਹਿਤਕ ਇਤਿਹਾਸਕਾਰ ਅਜਮੇਰ ਸਿੰਘ ਦੀ ਕਿਤਾਬ ਬਾਰੇ ਪੁੱਛਣ ਆਇਆ। ਮੈਂ ਕਿਹਾ, ਹੈਗੀਆਂ ਨੇ ਵੀਰ, ਉਸ ਦੀਆਂ ਲਿਖੀਆਂ 5 ਕਿਤਾਬਾਂ ਹੀ ਪਈਆਂ ਨੇ, ਪਰ ਉਹ ਵੇਚਣ ਲਈ ਨਹੀਂ। ਉਸ ਗਾਹਕ ਨੇ ਪੁੱਛਿਆ, ਕਿਉਂ? ਮੈਂ ਕਿਹਾ, ਕਿਉਂਕਿ ਵੀਰ, ਮੈਂ ਆਪਣੀ ਰੋਟੀ ਕਮਾਉਣ ਲਈ ਦੂਜੇ ਲੋਕਾਂ ਦੇ ਚੁੱਲ੍ਹੇ ਨਹੀਂ ਬੁਝਾਉਣੇ ਜੋ ਅਜਿਹੀਆਂ ਕਿਤਾਬਾਂ ਪੜ੍ਹ ਕੇ ਅੰਨੀ ਧਾਰਮਿਕ ਕੱਟੜਤਾ ਦੇ ਵੇਗ ਹੇਠ ਦੂਜਿਆਂ ਨੂੰ ਮਾਰਨ ਜਾਂ ਆਪ ਮਰਨ ਲਈ ਤਿਆਰ ਹੋ ਜਾਂਦੇ ਨੇ। ਮੈਂ ਉਹ ਕਿਤਾਬਾਂ ਆਪ ਪੜ੍ਹੀਆਂ ਨੇ, ਇਸੇ ਲਈ ਤੈਨੂੰ ਦੱਸ ਰਿਹਾ ਹਾਂ। ਵੈਸੇ ਅਸੀਂ ਸਾਰੇ ਇੰਝ ਹੀ ਨਹੀਂ ਤਾਂ ਕਰ ਰਹੇ, ਜਿਵੇਂ ਲੀਡਰ ਧਰਮ ਦੇ ਨਾਂ ਹੇਠ ਲੋਕਾਂ ਨੂੰ ਭੜਕਾਉਂਦੇ ਹਨ ਕਿਉਂਕਿ ਇਹ ਉਹਨਾਂ ਦੀ ਰੋਟੀ ਹੈ। ਪਰ ਫਿਰ ਉਹ ਗਾਹਕ ਕਹਿੰਦਾ, ਜੇ ਤੁਸੀਂ ਪੜ੍ਹੀਆਂ ਨੇ ਤਾਂ ਜਨਾਬ ਫਿਰ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਮਾਰਨ ਤੁਰ ਪਏ? ਮੈਂ ਕਿਹਾ, ਵੀਰ, ਕਿਉਂਕਿ ਮੈਂ ਅਜਮੇਰ ਸਿੰਘ ਹੀ ਨਹੀਂ ਪੜ੍ਹਿਆ, ਮੈਂ ਅਜਮੇਰ ਸਿੰਘ ਵੀ ਪੜ੍ਹਿਆ ਹੈ। ਅਜਮੇਰ ਸਿੰਘ ਦੇ ਨਾਲ ਮੈਂ ਨਰਿੰਦਰ ਸਿੰਘ ਕਪੂਰ ਪੜ੍ਹਿਆ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਪੜ੍ਹਿਆ ਹੈ, 3 ਉਪਨਿਸ਼ਦ ਪੜ੍ਹੇ ਹਨ, ਗੁਰਬਾਣੀ ਪੜ੍ਹੀ ਹੈ, ਮਾਰਕਸ ਪੜ੍ਹ ਰਿਹਾ ਹਾਂ, ਧੰਮਪਦ ਪੜ੍ਹਿਆ ਹੈ, 3 ਵੇਦ ਪੜ੍ਹੇ ਹਨ, ਲਾਓ ਤਜ਼ੇ ਪੜ੍ਹਿਆ ਹੈ, ਕਨਫਿਊਸ਼ੀਅਸ ਪੜ੍ਹਿਆ ਹੈ, ਮੌਲਾਨਾ ਰੂਮੀ ਪੜ੍ਹਿਆ ਹੈ, ਸ਼ਮਸ ਤਬਰੀਜ਼ੀ ਪੜ੍ਹਿਆ ਹੈ। ਜੇ ਅਜਮੇਰ ਸਿੰਘ ਦੇ ਨਾਲ ਇਹਨਾਂ ਸਾਰਿਆਂ ਨੂੰ ਵੀ ਪੜ੍ਹਨਾ ਹੈ ਤਾਂ ਲੈ ਹੁਣੇ ਦੇ ਦੇਣਾ। ਵੈਸੇ ਇਹ ਗੱਲ ਸਾਨੂੰ ਸਮਾਜ ਵਿੱਚ ਲਾਗੂ ਕਰਨ ਤੋਂ ਕੌਣ ਰੋਕ ਰਿਹਾ ਹੈ? ਜੋ ਜ਼ਹਿਰ ਦੀ ਖੇਤੀ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ। ਸਾਨੂੰ ਆਪਣੇ ਹਿੱਸੇ ਦੀ ਜ਼ਮੀਨ 'ਤੇ ਫੁੱਲ ਉਗਾਉਣੋਂ ਕੌਣ ਰੋਕ ਰਿਹਾ ਹੈ? ਪਰ ਅਸੀਂ ਤਾਂ ਐਕਸ਼ਨ ਦਾ ਰਿਐਕਸ਼ਨ ਦੇਣ ਦਾ ਮਨ ਬਣਾਈ ਬੈਠੇ ਹਾਂ। ਚਲੋ ਹੋਰ ਕੀ ਬੋਲਣਾ। ਸੁਣ ਰਹੇ ਹੈ ਗੁਲਮੋਹਰ ਬੁੱਕ ਕੈਫੇ, ਵੇਖ ਲੈ ਤੇਰੀ ਗੱਲ ਨੇ ਕਿਹੜੇ ਮਸਲੇ ਖੜ੍ਹੇ ਕਰ ਦਿੱਤੇ। ਚੰਗਾ, ਅਲਵਿਦਾ ਗੁਲਮੋਹਰ ਕਿਤਾਬ ਘਰ, ਅਲਵਿਦਾ।